पूलिंग पॉलिसी एक पंजाब को लूटने का एक एजेंडा बना है। ਅੱਜ ਪੰਜਾਬ ਸਰਕਾਰ ਨੇ ਇੱਕ ਅਜਿਹਾ ਫੈਸਲਾ ਲਿਆ ਹੈ ਜਿਸ ਦੀ ਚਰਚਾ ਹਰ ਪਿੰਡ, ਹਰ ਸ਼ਹਿਰ ਅਤੇ ਹਰ ਕਿਸਾਨ ਦੇ ਘਰ ਵਿੱਚ ਹੋ ਰਹੀ ਹੈ। 2 ਜੁਲਾਈ 2026 ਨੂੰ ਪੰਜਾਬ ਕੈਬਨਿਟ ਨੇ ਲੈਂਡ ਪੂਲਿੰਗ ਪਾਲਿਸੀ ਦੇ ਨਵੇਂ ਵਰਜ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਕਹਿ ਰਹੀ ਹੈ ਕਿ ਇਸ ਨਾਲ ਕਿਸਾਨਾਂ ਨੂੰ ਪਹਿਲਾਂ ਨਾਲੋਂ ਵੱਧ ਫਾਇਦਾ ਮਿਲੇਗਾ, ਪਰ ਦੂਜੇ ਪਾਸੇ ਕਈ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਪਾਰਟੀਆਂ ਕਹਿ ਰਹੀਆਂ ਹਨ ਕਿ ਅਜੇ ਵੀ ਕਈ ਸਵਾਲਾਂ ਦੇ ਜਵਾਬ ਨਹੀਂ ਮਿਲੇ ਹਨ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੋਨੀਆ ਤੇ ਤੁਸੀਂ ਦੇਖ ਰਹੇ ਹੋ ਬੈਠਕ ਪੰਜਾਬ। ਸਭ ਤੋਂ ਪਹਿਲਾਂ ਸਮਝਦੇ ਹਾਂ ਕਿ ਆਖਿਰ ਇਹ ਲੈਂਡ ਪੂਲਿੰਗ ਪਾਲਿਸੀ ਹੈ ਕੀ। ਮੰਨ ਲਓ ਤੁਹਾਡੇ ਕੋਲ ਖੇਤੀ ਵਾਲੀ ਜ਼ਮੀਨ ਹੈ ਅਤੇ ਸਰਕਾਰ ਉਸ ਇਲਾਕੇ ਵਿੱਚ ਨਵਾਂ ਸ਼ਹਿਰ ਜਾਂ ਨਵੀਂ ਕਾਲੋਨੀ ਬਣਾਉਣਾ ਚਾਹੁੰਦੀ ਹੈ। ਪਹਿਲਾਂ ਸਰਕਾਰ ਜ਼ਮੀਨ ਖਰੀਦਦੀ ਸੀ, ਪਰ ਇਸ ਪਾਲਿਸੀ ਵਿੱਚ ਤਰੀਕਾ ਕੁਝ ਵੱਖਰਾ ਹੈ। ਜੇ ਤੁਸੀਂ ਆਪਣੀ ਮਰਜ਼ੀ ਨਾਲ ਇਸ ਸਕੀਮ ਵਿੱਚ ਸ਼ਾਮਲ ਹੁੰਦੇ ਹੋ ਤਾਂ ਤੁਹਾਡੀ ਜ਼ਮੀਨ ਨੂੰ ਡਿਵੈਲਪ ਕੀਤਾ ਜਾਏਗਾ, ਸੜਕਾਂ ਬਣਾਈਆਂ ਜਾਣਗੀਆਂ, ਪਾਰਕ ਬਣਨਗੇ, ਪਾਣੀ, ਸੀਵਰੇਜ ਅਤੇ ਬਿਜਲੀ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਤੋਂ ਬਾਅਦ ਤੁਹਾਨੂੰ ਉਸ ਪ੍ਰੋਜੈਕਟ ਵਿੱਚ ਡਿਵੈਲਪਡ ਰੈਜ਼ੀਡੈਂਸ਼ੀਅਲ ਪਲਾਟ ਅਤੇ ਕਮਰਸ਼ੀਅਲ ਪਲਾਟ ਦਿੱਤੇ ਜਾਣਗੇ। ਮਤਲਬ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਸਿਰਫ ਜ਼ਮੀਨ ਨਹੀਂ ਦੇਵੇਗਾ, ਸਗੋਂ ਉਸ ਡਿਵੈਲਪਮੈਂਟ ਦਾ ਹਿੱਸਾ ਵੀ ਬਣੇਗਾ। ਇਸ ਵਾਰ ਸਰਕਾਰ ਨੇ ਇੱਕ ਹੋਰ ਵੱਡੀ ਗੱਲ ਕਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਪਾਲਿਸੀ 100% ਵੋਲੰਟਰੀ ਹੈ, ਭਾਵ ਕਿਸੇ ਵੀ ਕਿਸਾਨ ਨੂੰ ਜ਼ਬਰਦਸਤੀ ਜ਼ਮੀਨ ਨਹੀਂ ਦੇਣੀ ਪਵੇਗੀ। ਜਿਸਨੇ ਸਕੀਮ ਵਿੱਚ ਆਉਣਾ ਹੈ ਉਹ ਉਸਦੀ ਆਪਣੀ ਮਰਜ਼ੀ ਨਾਲ ਹੀ ਆਵੇਗਾ, ਜਿਸਨੇ ਨਹੀਂ ਆਉਣਾ ਉਸ ਤੇ ਕੋਈ ਦਬਾਅ ਨਹੀਂ ਹੋਵੇਗਾ। ਸਰਕਾਰ ਦਾ ਇਹ ਵੀ ਦਾਅਵਾ ਹੈ ਕਿ ਇਸ ਨਾਲ ਪੰਜਾਬ ਵਿੱਚ ਪਲਾਨਡ ਡਿਵੈਲਪਮੈਂਟ ਹੋਵੇਗੀ, ਗੈਰ ਕਾਨੂੰਨੀ ਕਾਲੋਨੀਆਂ ਘੱਟ ਬਣਨਗੀਆਂ ਤੇ ਜ਼ਮੀਨ ਮਾਲਕਾਂ ਨੂੰ ਭਵਿੱਖ ਵਿੱਚ ਆਪਣੀ ਜ਼ਮੀਨ ਦਾ ਵਧਿਆ ਮੁੱਲ ਵੀ ਮਿਲ ਸਕੇਗਾ। ਪਰ ਸਵਾਲ ਇਹ ਹੈ ਕਿ ਸੱਚਮੁੱਚ ਇਸ ਪਾਲਿਸੀ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਜਾਂ ਫਿਰ ਇਸ ਦੇ ਪਿੱਛੇ ਕੁਝ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਹੁਣ ਗੱਲ ਕਰਦੇ ਹਾਂ ਕਿ ਸਰਕਾਰ ਨੇ ਇਸ ਨਵੀਂ ਲੈਂਡ ਪੂਲਿੰਗ ਪਾਲਿਸੀ ਵਿੱਚ ਅਜਿਹਾ ਕੀ ਬਦਲਾਵ ਕੀਤਾ ਹੈ ਜਿਸ ਕਰਕੇ ਉਹ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਪਹਿਲਾਂ ਨਾਲੋਂ ਵੱਧ ਫਾਇਦਾ ਹੋਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਵਾਰ ਪਾਲਿਸੀ ਵਿੱਚ ਕੁਝ ਸ਼ੋਧ ਕੀਤੇ ਗਏ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਕਿਸਾਨ ਦੀ ਜ਼ਮੀਨ ਇਸ ਸਕੀਮ ਵਿੱਚ ਆਵੇਗੀ ਉਸ ਨੂੰ ਸਿਰਫ ਪੈਸੇ ਨਹੀਂ ਮਿਲਣਗੇ, ਸਗੋਂ ਡਿਵੈਲਪਡ ਰੈਜ਼ੀਡੈਂਸ਼ੀਅਲ ਪਲਾਟ ਅਤੇ ਕਮਰਸ਼ੀਅਲ ਪਲਾਟ ਵੀ ਦਿੱਤੇ ਜਾਣਗੇ। ਉਦਾਹਰਨ ਵਜੋਂ ਜੇ ਕੋਈ ਕਿਸਾਨ 1 ਏਕੜ ਜ਼ਮੀਨ ਇਸ ਸਕੀਮ ਵਿੱਚ ਦਿੰਦਾ ਹੈ ਤਾਂ ਉਸ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ 1000 ਸਕੁਆਇਰ ਯਾਰਡ ਦਾ ਰੈਜ਼ੀਡੈਂਸ਼ੀਅਲ ਪਲਾਟ ਅਤੇ 200 ਸਕੁਆਇਰ ਯਾਰਡ ਦਾ ਕਮਰਸ਼ੀਅਲ ਪਲਾਟ ਮਿਲ ਸਕਦਾ ਹੈ। ਜੇ ਕੋਈ ਕਮਰਸ਼ੀਅਲ ਪਲਾਟ ਨਹੀਂ ਲੈਣਾ ਚਾਹੁੰਦਾ ਤਾਂ ਉਸ ਲਈ ਹੋਰ ਵਿਕਲਪ ਵੀ ਰੱਖੇ ਗਏ ਹਨ। ਸਰਕਾਰ ਦਾ ਕਹਿਣਾ ਹੈ ਕਿ ਜਦੋਂ ਉਸ ਇਲਾਕੇ ਵਿੱਚ ਡਿਵੈਲਪਮੈਂਟ ਹੋਵੇਗੀ, ਸੜਕਾਂ ਬਣਨਗੀਆਂ, ਮਾਰਕੀਟ ਬਣੇਗੀ ਅਤੇ ਲੋਕ ਵਸਣਗੇ ਤਾਂ ਇਹਨਾਂ ਪਲਾਟਸ ਦੀ ਕੀਮਤ ਪਹਿਲਾਂ ਨਾਲੋਂ ਕਾਫੀ ਵੱਧ ਹੋ ਸਕਦੀ ਹੈ। ਇੱਕ ਹੋਰ ਵੱਡੀ ਗੱਲ ਇਹ ਹੈ ਕਿ ਸਰਕਾਰ ਲੈਟਰ ਆਫ ਇੰਟੈਂਟ ਯਾਨੀ LOI ਵੀ ਜਾਰੀ ਕਰੇਗੀ। ਇਸ ਨਾਲ ਜ਼ਮੀਨ ਮਾਲਕ ਕੋਲ ਇੱਕ ਸਰਕਾਰੀ ਦਸਤਾਵੇਜ਼ ਹੋਏਗਾ ਜਿਸ ਦੇ ਆਧਾਰ ਤੇ ਉਹ ਬੈਂਕ ਤੋਂ ਲੋਨ ਵੀ ਲੈ ਸਕਦਾ ਹੈ। ਸਰਕਾਰ ਇਹ ਵੀ ਕਹਿ ਰਹੀ ਹੈ ਕਿ ਜਦੋਂ ਤੱਕ ਉਸ ਨੂੰ ਜ਼ਮੀਨ ਦਾ ਕਬਜ਼ਾ ਨਹੀਂ ਚਾਹੀਦਾ, ਉਦੋਂ ਤੱਕ ਕਿਸਾਨ ਆਪਣੀ ਜ਼ਮੀਨ ਤੇ ਪਹਿਲਾਂ ਵਾਂਗ ਖੇਤੀ ਕਰ ਸਕੇਗਾ। ਮਤਲਬ ਜ਼ਮੀਨ ਦੇਣ ਤੋਂ ਬਾਅਦ ਵੀ ਉਸ ਦੀ ਆਮਦਨ ਇੱਕਦਮ ਬੰਦ ਨਹੀਂ ਹੋਵੇਗੀ। ਇਸ ਪਾਲਿਸੀ ਵਿੱਚ ਛੋਟੇ ਜ਼ਮੀਨ ਮਾਲਕਾਂ ਨੂੰ ਵੀ ਧਿਆਨ ਵਿੱਚ ਰੱਖਣ ਦੀ ਗੱਲ ਕੀਤੀ ਗਈ ਹੈ। ਸਰਕਾਰ ਦਾ ਦਾਅਵਾ ਹੈ ਕਿ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਵੀ ਇਸ ਸਕੀਮ ਦਾ ਲਾਭ ਮਿਲੇਗਾ। ਪਰ ਜਿੱਥੇ ਸਰਕਾਰ ਇਸ ਨੂੰ ਪੰਜਾਬ ਦੇ ਵਿਕਾਸ ਲਈ ਵੱਡਾ ਕਦਮ ਦੱਸ ਰਹੀ ਹੈ, ਉੱਥੇ ਕਈ ਲੋਕ ਅਜੇ ਵੀ ਪੁੱਛ ਰਹੇ ਹਨ ਕਿ ਜੇ ਪ੍ਰੋਜੈਕਟ ਸਮੇਂ ਤੇ ਪੂਰਾ ਨਾ ਹੋਇਆ ਤਾਂ ਕੀ ਹੋਏਗਾ। ਜੇ ਪਲਾਟ ਦੇਣ ਵਿੱਚ ਦੇਰੀ ਹੋਈ ਤਾਂ ਕਿਸਾਨਾਂ ਦਾ ਕੀ ਬਣੇਗਾ ਤੇ ਸੱਚਮੁੱਚ ਹਰ ਕਿਸਾਨ ਨੂੰ ਉਹੀ ਫਾਇਦਾ ਮਿਲੇਗਾ ਜਿਸ ਦਾ ਵਾਅਦਾ ਕੀਤਾ ਜਾ ਰਿਹਾ ਹੈ। ਇਹੋ ਜਿਹੇ ਸਵਾਲਾਂ ਕਰਕੇ ਇਹ ਪਾਲਿਸੀ ਅਜੇ ਵੀ ਚਰਚਾ ਦਾ ਵਿਸ਼ੇ ਬਣੀ ਹੋਈ ਹੈ। ਅਗਲੇ ਭਾਗ ਵਿੱਚ ਗੱਲ ਕਰਦੇ ਹਾਂ ਵਿਰੋਧੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਇਸ ਪਾਲਿਸੀ ਦਾ ਵਿਰੋਧ ਕਿਉਂ ਕਰ ਰਹੇ ਹਨ ਅਤੇ ਆਮ ਲੋਕਾਂ ਨੂੰ ਇਸ ਤੋਂ ਅਸਲ ਵਿੱਚ ਫਾਇਦਾ ਹੋਵੇਗਾ ਜਾਂ ਨਹੀਂ। ਹੁਣ ਸਭ ਤੋਂ ਵੱਡਾ ਸਵਾਲ ਹੈ, ਜੇ ਸਰਕਾਰ ਇਸ ਪਾਲਿਸੀ ਨੂੰ ਇੰਨੀ ਵਧੀਆ ਦੱਸ ਰਹੀ ਹੈ ਤਾਂ ਫਿਰ ਇਸ ਦਾ ਵਿਰੋਧ ਕਿਉਂ ਹੋ ਰਿਹਾ ਹੈ। ਦਰਅਸਲ ਕਈ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਕਾਗਜ਼ਾਂ ਤੇ ਹਰ ਪਾਲਿਸੀ ਚੰਗੀ ਲੱਗਦੀ ਹੈ, ਪਰ ਅਸਲ ਇਮਤਿਹਾਨ ਉਸ ਦੀ ਗਰਾਊਂਡ ਲੈਵਲ ਇੰਪਲੀਮੈਂਟੇਸ਼ਨ ਹੁੰਦੀ ਹੈ।
ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਖੇਤੀ ਵਾਲੀ ਜ਼ਮੀਨ ਪਹਿਲਾਂ ਹੀ ਘੱਟ ਹੁੰਦੀ ਜਾ ਰਹੀ ਹੈ। ਜੇ ਵੱਡੇ ਲੈਵਲ ਤੇ ਖੇਤੀ ਵਾਲੀ ਜ਼ਮੀਨ ਨੂੰ ਰੈਜ਼ੀਡੈਂਸ਼ੀਅਲ ਪ੍ਰੋਜੈਕਟਸ ਜਾਂ ਕਮਰਸ਼ੀਅਲ ਪ੍ਰੋਜੈਕਟਸ ਵਿੱਚ ਬਦਲਿਆ ਗਿਆ ਤਾਂ ਭਵਿੱਖ ਵਿੱਚ ਖੇਤੀ ਤੇ ਅਸਰ ਪੈ ਸਕਦਾ ਹੈ। ਕਈ ਕਿਸਾਨਾਂ ਦੀ ਚਿੰਤਾ ਇਹ ਵੀ ਹੈ ਕਿ ਜੇ ਪ੍ਰੋਜੈਕਟ ਕਈ ਸਾਲ ਲੇਟ ਹੋ ਗਿਆ ਜਾਂ ਪਲਾਟ ਦੇਣ ਵਿੱਚ ਦੇਰੀ ਹੋਈ ਤਾਂ ਉਸ ਸਮੇਂ ਦੌਰਾਨ ਉਹਨਾਂ ਦਾ ਕੀ ਬਣੇਗਾ? ਕਿ ਸਰਕਾਰ ਆਪਣੇ ਸਾਰੇ ਵਾਅਦੇ ਸਮੇਂ ਤੇ ਪੂਰਾ ਕਰੇਗੀ? ਇਹੋ ਜਿਹੇ ਕਈ ਸਵਾਲ ਅੱਜ ਵੀ ਖੜੇ ਹਨ। ਉੱਥੇ ਹੀ ਸਰਕਾਰ ਦਾ ਕਹਿਣਾ ਹੈ ਕਿ ਇਸ ਵਾਰ ਪਹਿਲਾਂ ਨਾਲੋਂ ਕਈ ਵੱਡੇ ਬਦਲਾਵ ਕੀਤੇ ਗਏ ਹਨ। ਪਾਲਿਸੀ ਨੂੰ ਵੋਲੰਟਰੀ ਬਣਾਇਆ ਗਿਆ ਹੈ, ਜ਼ਬਰਦਸਤੀ ਜ਼ਮੀਨ ਨਹੀਂ ਲਈ ਜਾਵੇਗੀ ਅਤੇ ਜ਼ਮੀਨ ਮਾਲਕਾਂ ਨੂੰ ਡਿਵੈਲਪ ਕੀਤੇ ਹੋਏ ਪਲਾਟ ਦਿੱਤੇ ਜਾਣਗੇ ਤਾਂ ਜੇ ਉਹ ਭਵਿੱਖ ਵਿੱਚ ਉਸ ਡਿਵੈਲਪਮੈਂਟ ਦਾ ਫਾਇਦਾ ਲੈ ਸਕਣ। ਸਰਕਾਰ ਦਾ ਇਹ ਵੀ ਵਾਅਦਾ ਹੈ ਕਿ ਇਸ ਪਾਲਿਸੀ ਨਾਲ ਪੰਜਾਬ ਵਿੱਚ ਗੈਰ ਕਾਨੂੰਨੀ ਕਾਲੋਨੀਜ਼ ਘੱਟ ਹੋਣਗੀਆਂ, ਨਵੇਂ ਪਲਾਂਟ ਸਿਟੀ ਵਿਕਸਿਤ ਹੋਣਗੇ, ਨਿਵੇਸ਼ ਆਵੇਗਾ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਵੀ ਬਣਨਗੇ। ਪਰ ਸੱਚਾਈ ਇਹ ਹੈ ਕਿ ਇਸ ਪਾਲਿਸੀ ਦਾ ਅਸਲ ਨਤੀਜਾ ਅੱਜ ਵੀ ਸਗੋਂ ਆਉਣ ਵਾਲੇ ਕੁਝ ਸਾਲਾਂ ਵਿੱਚ ਹੀ ਸਾਹਮਣੇ ਆਵੇਗਾ। ਜੇ ਸਰਕਾਰ ਆਪਣੇ ਵਾਅਦੇ ਸਮੇਂ ਸਿਰ ਪੂਰਾ ਕਰਦੀ ਹੈ, ਡਿਵੈਲਪਮੈਂਟ ਤੇਜ਼ੀ ਨਾਲ ਹੁੰਦੀ ਹੈ ਤੇ ਜ਼ਮੀਨ ਮਾਲਕਾਂ ਨੂੰ ਵਾਅਦੇ ਮੁਤਾਬਿਕ ਪਲਾਟਸ ਅਤੇ ਸਹੂਲਤਾਂ ਮਿਲਦੀਆਂ ਨੇ ਤਾਂ ਇਹ ਪੰਜਾਬ ਲਈ ਵੱਡਾ ਬਦਲਾਵ ਸਾਬਤ ਹੋ ਸਕਦਾ ਹੈ। ਪਰ ਜੇ ਪ੍ਰੋਜੈਕਟ ਲੇਟ ਹੋਇਆ ਜਾਂ ਵਾਅਦਾ ਪੂਰਾ ਨਾ ਹੋਇਆ ਤਾਂ ਵਿਰੋਧ ਕਰਨ ਵਾਲਿਆਂ ਦੇ ਸਵਾਲ ਹੋਰ ਮਜ਼ਬੂਤ ਹੋ ਸਕਦੇ ਹਨ। ਹੁਣ ਫਿਲਹਾਲ ਇੰਨਾ ਹੀ ਸਾਫ਼ ਹੈ ਕਿ 2 ਜੁਲਾਈ 2026 ਨੂੰ ਪੰਜਾਬ ਕੈਬਨਿਟ ਨੇ ਲੈਂਡ ਪੂਲਿੰਗ ਪਾਲਿਸੀ ਦੇ ਨਵੇਂ ਸ਼ੋਧੇ ਹੋਏ ਵਰਜ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਹਨ ਕਿ ਇਹ ਪਾਲਿਸੀ ਜ਼ਮੀਨ ਤੇ ਕਿਵੇਂ ਲਾਗੂ ਹੁੰਦੀ ਹੈ ਤੇ ਸੱਚਮੁੱਚ ਕਿਸਾਨਾਂ ਅਤੇ ਆਮ ਲੋਕਾਂ ਨੂੰ ਇਸ ਦਾ ਫਾਇਦਾ ਮਿਲਦਾ ਹੈ ਜਾਂ ਨਹੀਂ। ਜੇ ਤੁਹਾਨੂੰ ਸਾਡੀ ਇਹ ਰਿਪੋਰਟ ਪਸੰਦ ਆਈ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਇਸ ਨਵੀਂ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਵਿੱਚ ਹੋ ਜਾਂ ਵਿਰੋਧ ਵਿੱਚ ਅਤੇ ਕਿਉਂ। ਮੈਂ ਹਾਂ ਸੋਨੀਆ ਤੇ ਤੁਸੀਂ ਦੇਖ ਰਹੇ ਹੋ ਬੈਠਕ ਪੰਜਾਬ। ਸਤਿ ਸ਼੍ਰੀ ਅਕਾਲ।